वेलकम स्टूडेंट्स। आज आप इकनॉमिक्स का टॉपिक डिस्कस करांगे सर्कुलर फ्लो ऑफ द इनकम। सब तो पहले डिस्कस करांगे कि सर्कुलर फ्लो ऑफ इनकम हुंदा की हैगा कि जो बेस जिहड़ा हैगा नैशनल इनकम का, ठीक है, वो सर्कुलर फ्लो ऑफ इनकम ते बेसिस हैगा। हुण स्ट्रक्चर की हैगा माइक्रो इकोनमी का। स्ट्रक्चर मीनस वेरीअस सैक्टर जो कोई इकोनमी विच एग्जिस्ट करते हैगे है एंड ਇਹ ਜਿਹੜੇ ਸੈਕਟਰਸ ਹੈਗੇ ਹੈ ਇਹ ਹਰ ਇੱਕ ਮਤਲਬ ਕਿ ਇਕੋਨਮੀ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਹੈਗੇ ਹੈ ਐਂਡ ਇਹਦੇ ਥਰੂ ਜੋ ਹੈ ਨੈਸ਼ਨਲ ਇਨਕਮ ਨੂੰ ਮੇਜਰ ਕਰਦੇ ਹੈਗੇ ਆ ਐਂਡ ਇਹਨਾਂ ਦੀ ਕਲਾਸੀਫਿਕੇਸ਼ਨ ਜੋ ਹੈ ਇਕੋਨਮੀ ਦੀ ਜਿਹੜੀ ਐਕਟੀਵਿਟੀਜ਼ ਹੈ ਉਹਦੀ ਨੇਚਰ 'ਤੇ ਕੀਤੀ ਜਾਂਦੀ ਹੈਗੀ ਹੈ ਔਰ ਜੋ ਇਹ ਜਿਹੜੇ ਸੈਕਟਰਸ ਹੈਗੇ ਇਹ ਇਸ ਵੇ ਦੇ ਨਾਲ ਕਲਾਸੀਫਾਈਡ ਹੈਗੇ ਹੈ। ਸਭ ਤੋਂ ਪਹਿਲਾਂ ਜਿਹੜਾ ਹੈਗਾ ਹੈ ਪ੍ਰੋਡਿਊਸਰ ਸੈਕਟਰ। ਪ੍ਰੋਡਿਊਸਰ ਸੈਕਟਰ ਕਿਹੜਾ ਹੁੰਦਾ ਹੈ? ਜਿਸ ਸੈਕਟਰ ਦੇ ਵਿੱਚ ਓਨਲੀ ਐਂਡ ਓਨਲੀ ਕੀ ਕੀਤਾ ਜਾ ਰਿਹਾ, ਪ੍ਰੋਡਕਸ਼ਨ ਆਫ ਗੁੱਡ ਐਂਡ ਸਰਵਿਸਿਜ਼ ਕੀਤੀਆਂ ਜਾ ਰਹੀਆਂ, ਠੀਕ ਹੈ, ਇਹਨੂੰ ਕਿਹਾ ਜਾਂਦਾ ਹੈ ਪ੍ਰੋਡਿਊਸਰ ਸੈਕਟਰ। ਇਹਦੇ ਵਿੱਚ ਫਰਮਸ ਜਿਹੜੀਆਂ ਹੈਗੀਆਂ ਪ੍ਰੋਡਿਊਸਰ ਫਰਮਸ ਇਹ ਇਨਕਲੂਡ ਹੁੰਦੀਆਂ। ਪ੍ਰੋਡਿਊਸਰ ਸੈਕਟਰ ਕਿਹੜਾ ਹੁੰਦਾ ਹੈ? ਜਿਹੜਾ ਉਹ ਸੈਕਟਰ ਆਫ ਇਕੋਨਮੀ ਜਿਹਦੇ ਵਿੱਚ ਓਨਲੀ ਪ੍ਰੋਡਕਸ਼ਨਸ ਆਫ ਗੁੱਡਸ ਐਂਡ ਸਰਵਿਸਿਜ਼ ਕੀਤੀਆਂ ਜਾ ਰਹੀਆਂ ਹੈਗੀਆਂ ਐਂਡ ਇਹਦੇ ਵਿੱਚ ਫਰਮ ਇਨਕਲੂਡਡ ਹੈਗੀਆਂ। ਐਂਡ ਦੂਸਰਾ ਸੈਕਟਰ ਹੈਗਾ ਹੈ ਹਾਊਸ ਹੋਲਡ ਸੈਕਟਰ। ਹਾਊਸ ਹੋਲਡ ਸੈਕਟਰ ਕਿਹੜਾ ਹੈਗਾ ਹੈ? ਜਿਹੜਾ ਕਿ ਜਿਹਦੇ ਵਿੱਚ ਕੰਜ਼ਿਊਮਰ ਇਨਵੋਲਵਡ ਹੈਗੇ ਹੈ, ਜਿਹੜੇ ਕਿ ਗੁੱਡਸ ਐਂਡ ਸਰਵਿਸਿਜ਼ ਨੂੰ ਕੰਜ਼ਿਊਮ ਕਰ ਰਹੇ ਹੈ ਐਂਡ ਆਪਣੀ ਵਾਂਟ ਐਂਡ ਨੀਡ ਨੂੰ ਸੈਟਿਸਫਾਈ ਕਰ ਰਹੇ ਹੈ। ਥਰਡ ਸੈਕਟਰ ਹੁੰਦਾ ਗਵਰਨਮੈਂਟ ਸੈਕਟਰ। ਇਹਨਾਂ ਨੂੰ ਐਡਮਿਨਿਸਟ੍ਰੇਟਿਵ ਯੂਨਿਟ ਆਫ ਦ ਕੰਟਰੀ ਵੀ ਕਹਿੰਦੇ ਹੈਗੇ ਹੈ ਐਂਡ ਜਿਹੜੇ ਗਵਰਨਮੈਂਟ ਹੁੰਦੀ ਹੈ ਇਹ ਜਿਹੜੀ ਹੈਗੀ ਹੈ ਟੈਕਸਿਸ ਚਾਰਜ ਕਰਦੇ ਹੈਗੇ ਹੈ ਐਂਡ ਇਹ ਜਿਹੜੇ ਹੈਗੇ ਸਬਸਿਡੀਜ਼ ਵੀ ਪ੍ਰੋਵਾਈਡ ਕਰਦੇ ਹੈਗੇ ਹੈ। ਅੱਗੇ ਫੋਰਥ ਸੈਕਟਰ ਹੈਗਾ ਰੈਸਟ ਆਫ ਦਾ ਵਰਲਡ ਸੈਕਟਰ। ਰੈਸਟ ਆਫ ਦਾ ਵਰਲਡ ਸੈਕਟਰ ਦੇ ਵਿੱਚ ਐਕਸਪੋਰਟ ਅਤੇ ਇੰਪੋਰਟ ਜੋ ਗੁੱਡ ਐਂਡ ਸਰਵਿਸਿਜ਼ ਦਾ ਕੀਤਾ ਜਾ ਰਿਹਾ ਹੈ ਔਰ ਜੋ ਇਕੋਨਮੀ ਦਾ ਰਿਲੇਸ਼ਨਸ਼ਿਪ ਹੈ ਅਦਰ ਇਕੋਨਮੀਜ਼ ਦੇ ਨਾਲ, ਅਦਰ ਕੰਟਰੀਜ਼ ਦੇ ਨਾਲ, ਉਹ ਇਹਦੇ ਵਿੱਚ ਇਨਵੋਲਵਡ ਹੁੰਦਾ ਹੈ। ਐਂਡ ਫਿਫਥ ਸੈਕਟਰ ਹੈਗਾ ਫਾਈਨੈਂਸ਼ੀਅਲ ਸੈਕਟਰ। ਫਾਈਨੈਂਸ਼ੀਅਲ ਸੈਕਟਰ ਜਿਹੜਾ ਇਹ ਸੈਕਟਰ ਜਿਹੜਾ ਹੈਗਾ ਇਹ ਬੋਰੋਇੰਗ ਐਂਡ ਲੈਂਡਿੰਗ ਆਫ ਦਾ ਮਨੀ ਦੇ ਨਾਲ ਡੀਲ ਕਰਦਾ ਹੈ, ਜਿੱਦਾਂ ਕਿ ਕਮਰਸ਼ੀਅਲ ਬੈਂਕ, ਮਨੀ ਮਾਰਕੀਟ ਅਤੇ ਕੈਪੀਟਲ ਮਾਰਕੀਟ। ਹੁਣ ਅੱਗੇ ਮੇਨ ਕੁਐਸਚਨ ਰਾਈਜ਼ ਹੁੰਦਾ ਹੈ ਵਟ ਇਜ਼ ਅ ਸਰਕੂਲਰ ਫਲੋ ਆਫ ਦ ਇਨਕਮ। ਸਰਕੂਲਰ ਫਲੋ ਆਫ ਇਨਕਮ ਹੁੰਦਾ ਕੀ ਹੈ? ਸਰਕੂਲਰ ਫਲੋ ਆਫ ਇਨਕਮ ਦਾ ਮਤਲਬ ਇਹ ਹੈਗਾ ਹੈ ਕਿ ਕੰਟੀਨਿਊਸ ਪ੍ਰੋਸੈਸ ਜਿਹਦੇ ਅੰਡਰ ਵੇਰੀਅਸ ਸੈਕਟਰ ਆਫ ਇਕੋਨਮੀ ਕੀ ਕਰਦੇ ਹੈ, ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਕਰਦੇ ਹੈ ਇੱਕ ਹੈਂਡ ਐਂਡ ਦੂਸਰੇ ਹੈਂਡ ਜਿਹੜੇ ਕਿ ਉਹ ਮਨੀ ਪੇ ਕਰਦੇ ਹੈ। ਯਾਨੀ ਕਿ ਸਰਕੂਲਰ ਫਲੋ ਵਿੱਚ ਕੀ ਹੈਗਾ ਹੈ ਕਿ ਜਿੰਨੇ ਵੀ ਸੈਕਟਰਸ ਇਕੋਨਮੀ ਵਿੱਚ ਹੈ ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਕਰਦੇ ਹੈ ਇਨ ਦ ਫॉर्म ऑफ मनी ਦੇ ਕੇ ਗੁੱਡਸ ਐਂਡ ਸਰਵਿਸਿਜ਼ ਐਕਸਚੇਂਜ ਕਰਦੇ ਜਾਂ ਅਦਰ ਵੇ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਫਲੋ ਆਫ ਮਨੀ ਇਨਕਮ ਐਂਡ ਫਲੋ ਆਫ ਗੁੱਡ ਐਂਡ ਸਰਵਿਸਿਜ਼ ਅਮੰਗ ਡਿਫਰੈਂਟ ਸੈਕਟਰ ਆਫ ਦ ਇਕੋਨਮੀ। ਮਤਲਬ ਕਿ ਸਰਕੂਲਰ ਫਲੋ ਕੀ ਹੈਗਾ ਹੈ ਕਿ ਜਦੋਂ ਮਨੀ ਦਾ, ਇਨਕਮ ਦਾ ਅਤੇ ਗੁੱਡਸ ਐਂਡ ਸਰਵਿਸਿਜ਼ ਦਾ ਡਿਫਰੈਂਟ ਸੈਕਟਰ ਆਫ ਇਕੋਨਮੀ ਵਿੱਚ ਫਲੋ ਹੋ ਰਿਹਾ ਹੈ ਉਹਨੂੰ ਕਹਿੰਦੇ ਆ ਸਰਕੂਲਰ ਫਲੋ। ਐਂਡ ਐਵਰੀ ਸੈਕਟਰ ਜਿਹੜੇ ਹੈਗੇ ਹੈ ਉਹ ਡਿਪੈਂਡ ਕਰਦਾ ਹੈ ਕਿਸੇ ਦੂਸਰੇ ਸੈਕਟਰ 'ਤੇ ਕਾਹਦੇ ਵਾਸਤੇ, ਆਪਣੀ ਨੀਡਸ ਨੂੰ ਫੁਲਫਿਲ ਕਰਨ ਵਾਸਤੇ। ਐਂਡ ਐਵਰੀ ਸੈਕਟਰ ਜੋ ਇਹਦੇ ਵਾਸਤੇ ਕੀ ਹੈਗਾ ਗੁੱਡਸ ਐਂਡ ਸਰਵਿਸਿਜ਼ ਜਿਹੜੇ ਹੈਗੇ ਦੂਸਰੇ ਸੈਕਟਰ ਤੋਂ ਐਕਵਾਇਰ ਕਰਦਾ ਹੈਗਾ ਐਂਡ ਉਹਦੇ ਬਦਲੇ ਜੋ ਹੈ ਪੇਮੈਂਟ ਮੇਡ ਕਰਦਾ ਹੈਗਾ ਕਿਸੇ ਦੂਸਰੇ ਸੈਕਟਰ ਨੂੰ। ਐਂਡ ਇਸ ਜਿਹੜੀ ਪ੍ਰੋਸੈਸ ਹੈਗੀ ਹੈ ਪੇਮੈਂਟ ਕਰਨ ਦੀ ਅਤੇ ਗੁੱਡਸ ਐਂਡ ਸਰਵਿਸਿਜ਼ ਰਿਸਿਪਟ ਕਰਨ ਦੀ ਜਾਂ ਮਨੀ ਰਿਸਿਪਟ ਕਰਨ ਦੀ, ਇਹਨੂੰ ਆਪਾਂ ਕਹਿੰਦੇ ਹਾਂ ਸਰਕੂਲਰ ਫਲੋ ਆਫ ਦਾ ਇਨਕਮ। ਯਾਨੀ ਕਿ ਇਨ ਸਿੰਪਲ ਲੈਂਗੁਏਜ ਦੇ ਵਿੱਚ ਸਰਕੂਲਰ ਫਲੋ ਆਫ ਇਨਕਮ ਹੈਗਾ ਕੀ ਹੈ ਕਿ ਇੱਕ ਸੈਕਟਰ ਜੋ ਹੈ ਤੁਹਾਨੂੰ ਗੁੱਡ ਐਂਡ ਸਰਵਿਸਿਜ਼ ਦੇ ਰਿਹਾ, ਦੂਸਰਾ ਉਹਦੇ ਬਦਲੇ ਪੇਮੈਂਟ ਦੇ ਰਿਹਾ ਐਂਡ ਇੱਕ ਦੀ ਉਹ ਪੇਮੈਂਟ ਹੈ ਅਤੇ ਦੂਸਰੇ ਦੀ ਕੀ ਹੈ ਰਿਸਿਪਟ ਹੈ। ਇਸ ਚੀਜ਼ ਨੂੰ ਕਿਹਾ ਜਾਂਦਾ ਸਰਕੂਲਰ ਫਲੋ। ਹੁਣ ਸਰਕੂਲਰ ਫਲੋ ਹੁੰਦਾ ਕਿੰਨੇ ਟਾਈਪ ਦਾ ਹੈ? ਦੋ ਟਾਈਪ ਦਾ ਹੁੰਦਾ ਹੈ। ਪਹਿਲਾ ਹੈ ਰੀਅਲ ਫਲੋ। ਰੀਅਲ ਫਲੋ ਦੇ ਵਿੱਚ ਜਦੋਂ ਓਨਲੀ ਗੁੱਡ ਐਂਡ ਸਰਵਿਸਿਜ਼ ਐਕਸਚੇਂਜ ਹੋ ਰਹੀ ਹੈ, ਮਨੀ ਦੀ ਗੱਲ ਨਹੀਂ ਕੀਤੀ ਜਾ ਰਹੀ, ਜਿੱਥੇ ਕੀ ਹੈ ਕਿ ਗੁੱਡ ਐਂਡ ਸਰਵਿਸਿਜ਼ ਇੱਕ ਸੈਕਟਰ ਤੋਂ ਦੂਸਰੇ ਸੈਕਟਰ ਦੇ ਵਿੱਚ ਐਕਸਚੇਂਜ ਹੋ ਰਿਹਾ ਹੈ, ਇਹਨੂੰ ਆਪਾਂ ਕਹਿੰਦੇ ਆ ਰੀਅਲ ਫਲੋ। ਐਂਡ ਇਹਨੂੰ ਰੀਅਲ ਫਲੋ ਇਸ ਕਰਕੇ ਕਹਿੰਦੇ ਕਿਉਂਕਿ ਇਹਦੇ ਵਿੱਚ ਐਕਚੁਅਲੀ ਗੁੱਡ ਐਂਡ ਸਰਵਿਸਿਜ਼ ਜਿਹੜੀ ਹੈਗੀ ਹੈ ਉਹ ਟਰਾਂਸਫਰ ਹੋ ਰਹੀ ਹੈ ਇੱਕ ਸੈਕਟਰ ਤੋਂ ਦੂਸਰੀ ਸੈਕਟਰ ਦੇ ਵਿੱਚ। ਐਂਡ ਇਹਨੂੰ ਫਿਜ਼ੀਕਲ ਜਾਂ ਫਿਜ਼ੀਕਲ ਫਲੋ ਔਰ ਪ੍ਰੋਡਕਟ ਫਲੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੇਖੋ ਦੋ ਸੈਕਟਰ ਹੈ, ਇੱਕ ਹਾਊਸ ਹੋਲਡ ਸੈਕਟਰ ਹੈ, ਇੱਕ ਪ੍ਰੋਡਿਊਸਰ ਸੈਕਟਰ ਹੈ। ਹੁਣ ਮਤਲਬ ਕਿ ਪ੍ਰੋਡਕਸ਼ਨ ਸੈਕਟਰ, ਪ੍ਰੋਡਿਊਸਰ ਸੈਕਟਰ ਵਿੱਚ ਵੀ ਗੁੱਡਸ ਨਾ ਪ੍ਰੋਡਿਊਸ ਹੋ ਗਈਆਂ ਜੇ ਹਾਊਸ ਹੋਲਡ ਸੈਕਟਰ ਕੀ ਦੇਊਗਾ ਇਹਨਾਂ ਨੂੰ ਸਰਵਿਸਿਜ਼ ਦੇਊਗਾ। ਯਾਨੀ ਕਿ ਹਾਊਸ ਹੋਲਡ ਸੈਕਟਰ ਇਹਨਾਂ ਨੂੰ ਕੀ ਦੇ ਰਿਹਾ ਸਰਵਿਸਿਜ਼ ਦੇ ਰਿਹਾ ਪ੍ਰੋਡਕਸ਼ਨ ਕਰਨ ਵਾਸਤੇ ਐਂਡ ਪ੍ਰੋਡਿਊਸਰ ਸੈਕਟਰ ਕੀ ਦੇ ਰਿਹਾ ਇਹਨਾਂ ਨੂੰ ਗੁੱਡਸ ਐਂਡ ਸਰਵਿਸਿਜ਼ ਦੇ ਰਿਹਾ। ਇੱਥੇ ਮਨੀ ਦੀ ਕੋਈ ਵੀ ਗੱਲ ਨਹੀਂ ਹੋ ਰਹੀ, ਇੱਥੇ ਸਿਰਫ ਓਨਲੀ ਰੀਅਲ ਫਲੋ ਦੀ ਗੱਲ ਹੋ ਰਹੀ ਹੈ ਕਿ ਤੇ ਇਹਨਾਂ ਹਾਊਸ ਹੋਲਡ ਸੈਕਟਰ ਪ੍ਰੋਡਿਊਸਰ ਸੈਕਟਰ ਨੂੰ
ਸਰਵਿਸਿਜ਼ ਦੇ ਰਿਹਾ ਪ੍ਰੋਡਕਸ਼ਨ ਕਰਨ ਵਾਸਤੇ, ਐਂਡ ਪ੍ਰੋਡਿਊਸਰ ਸੈਕਟਰ ਜਿਹੜਾ ਹਾਊਸ ਹੋਲਡ ਸੈਕਟਰ ਨੂੰ ਕੀ ਦੇ ਰਿਹਾ ਗੁੱਡ ਐਂਡ ਸਰਵਿਸਿਜ਼। ਦਿਸ ਫਲੋ ਇਜ਼ ਨੋਨ ਐਜ਼ ਰੀਅਲ ਫਲੋ, ਜਿਹਦੇ ਵਿੱਚ ਓਨਲੀ ਗੁੱਡ ਐਂਡ ਸਰਵਿਸਿਜ਼ ਦੀ ਗੱਲ ਕੀਤੀ ਗਈ ਹੈ, ਮਨੀ ਦੀ ਗੱਲ ਨਹੀਂ ਕੀਤੀ ਗਈ, ਐਂਡ ਇਹਨੂੰ ਫਿਜ਼ੀਕਲ ਫਲੋ ਔਰ ਪ੍ਰੋਡਕਟ ਫਲੋ ਵੀ ਕਿਹਾ ਜਾਂਦਾ ਹੈ। ਦੂਸਰੇ ਟਾਈਪ ਦਾ ਹੈਗਾ ਮਨੀ ਫਲੋ। ਮਨੀ ਫਲੋ ਕੀ ਹੈਗਾ ਕਿ ਜਿਹੜਾ ਐਕਸਚੇਂਜ ਦਾ ਮੀਡੀਅਮ ਹੈ ਗੁੱਡ ਐਂਡ ਸਰਵਿਸਿਜ਼ ਦਾ ਉਹ ਕੀ ਹੈਗਾ ਮਨੀ, ਐਂਡ ਮਨੀ ਜਿਹੜੀ ਹੈਗੀ ਹੈ ਜਿਹੜਾ ਇਹਨਾਂ ਵਿੱਚ ਐਕਸਚੇਂਜ ਹੋ ਰਿਹਾ ਉਹਦੇ ਨਾਲ ਜਿਹੜੀ ਇਨਕਮ ਹੋ ਰਹੀ ਹੈ ਇਕੋਨਮੀ ਨੂੰ, ਐਂਡ ਇਹਨੂੰ ਨੋਮੀਨਲ ਫਲੋ ਜਾਂ ਇਨਕਮ ਫਲੋ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹਦਾ ਅਨਦਰ ਨੇਮ ਨੋਮੀਨਲ ਫਲੋ ਤੇ ਇਨਕਮ ਫਲੋ ਵੀ ਹੈਗਾ ਹੈ। ਜਿੱਦਾਂ ਦੇਖੋ ਹਾਊਸ ਹੋਲਡ ਸੈਕਟਰ ਹੈ, ਪ੍ਰੋਡਿਊਸਰ ਸੈਕਟਰ ਹੈ। ਹੁਣ ਪਿਛਲੇ 'ਚ ਆਪਾਂ ਕੀਤਾ ਸੀਗਾ ਕਿ ਇਹਨਾਂ ਨੇ ਇਹਨੂੰ ਸਰਵਿਸ ਦਿੱਤੀ, ਠੀਕ ਹੈ, ਅਤੇ ਇਹ ਕੀ ਕਰ ਰਿਹਾ ਹੈ ਪ੍ਰੋਡਿਊਸਰ ਸੈਕਟਰ ਇਹਨਾਂ ਨੂੰ ਕੀ ਕਰ ਰਿਹਾ ਹੈ ਪੇਮੈਂਟ ਕਰ ਰਿਹਾ ਹੈ, ਠੀਕ ਹੈ, ਜੋ ਵੀ ਇਹਨਾਂ ਨੇ ਸਰਵਿਸਿਜ਼ ਦਿੱਤੀਆਂ ਸੀਗੀਆਂ, ਐਂਡ ਹਾਊਸ ਹੋਲਡ ਸੈਕਟਰ ਨੇ ਇਹਨਾਂ ਤੋਂ ਜਿਹੜੀ ਹੈਗੀ ਚੀਜ਼ਾਂ ਖਰੀਦੀਆਂ ਸੀਗੀਆਂ, ਗੁੱਡਸ ਖਰੀਦੀਆਂ ਸੀਗੀਆਂ, ਅਤੇ ਉਹਦੇ ਬਦਲੇ ਜੋ ਹੈ ਇਹ ਇਹਨਾਂ ਨੂੰ ਗੁੱਡਸ ਦੇ ਰਿਹਾ ਅਤੇ ਇਹਨਾਂ ਨੂੰ ਕੀ ਦੇ ਰਿਹਾ ਐਕਸਪੈਂਡੀਚਰ ਦੇ ਰਿਹਾ, ਇਹਨੂੰ ਆਪਾਂ ਕਹਿੰਦੇ ਹਾਂ ਮਨੀ ਫਲੋ। ਜਦੋਂ ਓਨਲੀ ਮਨੀ ਦੀ ਗੱਲ ਕੀਤੀ ਜਾ ਰਹੀ ਉਹਨੂੰ ਕਹਿੰਦੇ ਮਨੀ ਫਲੋ। ਐਂਡ ਸਰਕੂਲਰ ਫਲੋ ਦੇ ਵਿੱਚ ਸਾਨੂੰ ਦੋਨੋਂ ਤਰੀਕੇ ਦੇ ਫਲੋ ਦੇਖਣ ਨੂੰ ਮਿਲਦੇ ਆ, ਰੀਅਲ ਫਲੋ ਵੀ ਦੇਖਣ ਨੂੰ ਮਿਲਦੇ ਹੈ ਔਰ ਮਨੀ ਫਲੋ ਵੀ ਦੇਖਣ ਨੂੰ ਮਿਲਦਾ ਹੈ। ਹੁਣ ਡਿਫਰੈਂਸ ਬਿਟਵੀਨ ਦਾ ਮਨੀ ਫਲੋ ਐਂਡ ਰੀਅਲ ਫਲੋ। ਰੀਅਲ ਫਲੋ ਤੇ ਮਨੀ ਫਲੋ ਦੇ ਵਿੱਚ ਡਿਫਰੈਂਸ ਕੀ ਹੈ? ਸਭ ਤੋਂ ਪਹਿਲਾਂ ਮਨੀ ਫਲੋ। ਮਨੀ ਫਲੋ ਦੇ ਵਿੱਚ ਜਦੋਂ ਮਨੀ ਜੋ ਹੈ ਫਲੋ ਹੋ ਰਿਹਾ ਹੈ ਦੋ ਸੈਕਟਰ ਦੇ ਬਿਟਵੀਨ, ਉਹਨੂੰ ਕਹਿੰਦੇ ਆ ਮਨੀ ਫਲੋ। ਰੀਅਲ ਫਲੋ ਦੇ ਵਿੱਚ ਕੀ ਹੈ? ਜਦੋਂ ਗੁੱਡ ਐਂਡ ਸਰਵਿਸਿਜ਼ ਫਲੋ ਹੋ ਰਹੀਆਂ ਬਿਟਵੀਨ ਦਾ ਟੂ ਸੈਕਟਰ ਇਜ਼ ਨੋਨ ਐਜ਼ ਰੀਅਲ ਫਲੋ, ਐਂਡ ਇਹਦੇ ਵਿੱਚ ਮਨੀ ਦਾ ਐਕਸਚੇਂਜ ਹੋ ਰਿਹਾ ਹੈ, ਠੀਕ ਹੈ, ਮਨੀ ਫਲੋ ਦੇ ਵਿੱਚ, ਐਂਡ ਰੀਅਲ ਫਲੋ ਦੇ ਵਿੱਚ ਐਕਸਚੇਂਜ ਹੋ ਰਿਹਾ ਹੈ ਗੁੱਡਸ ਐਂਡ ਸਰਵਿਸਿਜ਼ ਦਾ। ਐਂਡ ਮਨੀ ਫਲੋ ਦੇ ਵਿੱਚ ਨੂੰ ਨੋਮੀਨਲ ਫਲੋ ਕੇ ਨਾਮ ਨਾਲ ਕਿਹਾ ਜਾਂਦਾ ਹੈ, ਐਂਡ ਰੀਅਲ ਫਲੋ ਨੂੰ ਫਿਜ਼ੀਕਲ ਫਲੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐਂਡ ਮਨੀ ਫਲੋ ਦੇ ਵਿੱਚ ਕੋਈ ਵੀ ਡਿਫੀਕਲਟੀ ਨਹੀਂ ਹੁੰਦੀ ਐਕਸਚੇਂਜ ਕਰਨ ਦੇ ਵਿੱਚ, ਜੋ ਗੁੱਡਸ ਖਰੀਦੀਆਂ ਉਹਦੇ ਬਦਲੇ ਅਸੀਂ ਪੈਸੇ ਈਜ਼ਲੀ ਦੇ ਸਕਦੇ ਹਾਂ। ਪਰ ਰੀਅਲ ਫਲੋ ਦੇ ਵਿੱਚ ਬਾਰਟਰ ਸਿਸਟਮ ਦੇ ਵਿੱਚ ਗੁੱਡਸ ਦੇ ਬਦਲੇ ਗੁੱਡਸ ਦੇਣੀਆਂ, ਇਹਦੇ ਵਿੱਚ ਥੋੜ੍ਹੀ ਪ੍ਰੋਬਲਮ ਅਰਾਈਜ਼ ਹੁੰਦੀ ਹੈ। ਕਿ ਅੱਗੇ ਫੇਜ਼ਿਸ ਔਰ ਸਟੇਜਿਸ ਆਫ ਸਰਕੂਲਰ ਫਲੋ, ਕਿ ਮਤਲਬ ਕਿ ਕੀ ਫੇਜ਼ਿਸ ਹੈ ਜਾਂ ਕੀ ਸਟੇਜਿਸ ਹੈ। ਸਭ ਤੋਂ ਪਹਿਲਾਂ ਜਦੋਂ ਸਰਕੂਲਰ ਫਲੋ ਕਰਨਾ ਹੈ, ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ? ਪ੍ਰੋਡਕਸ਼ਨ ਹੋਣਾ ਚਾਹੀਦਾ। ਇਹਦੇ ਵਿੱਚ ਗੁੱਡਸ ਜਿਹੜੀਆਂ ਹੈਗੀਆਂ ਪ੍ਰੋਡਿਊਸ ਕੀਤੀਆਂ ਜਾਂਦੀਆਂ, ਜੋ ਵੀ ਨੀਡਸ ਹੁੰਦੀਆਂ ਵਾਂਟਸ ਹੁੰਦੀਆਂ ਕਸਟਮਰ ਦੀ, ਉਹਦੇ ਅਕੋਰਡਿੰਗ ਗੁੱਡਸ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਂਦੀਆਂ, ਐਂਡ ਇਹਦੇ ਵਿੱਚ ਫੈਕਟਰ ਆਫ ਪ੍ਰੋਡਕਸ਼ਨ ਯੂਜ਼ ਕੀਤਾ ਜਾਂਦਾ, ਲੈਂਡ ਲੇਬਰ ਕੈਪੀਟਲ ਜਿਹੜੀ ਹੈਗੀ ਹੈ ਯੂਜ਼ ਕੀਤੀ ਜਾਂਦੀ ਹੈ ਫॉर द ਪ੍ਰੋਡਕਸ਼ਨ ਆਫ ਦ ਗੁੱਡਸ, ਐਂਡ ਇਹ ਜਿਹੜੀ ਹੈਗੀ ਹੈ ਜਨਰੇਸ਼ਨ ਕਰਦੀ ਹੈ ਇਨਕਮ ਨੂੰ। ਮਤਲਬ ਕਿ ਜਦੋਂ ਗੁੱਡਸ ਜਿਹੜੀਆਂ ਹੈਗੀਆਂ ਪ੍ਰੋਡਿਊਸ ਹੁੰਦੀਆਂ, ਫਿਰ ਉਹਦੇ ਨਾਲ ਜਦੋਂ ਸੇਲ ਕੀਤੀ ਜਾਂਦੀ ਹੈ ਉਹਦੇ ਨਾਲ ਇਨਕਮ ਜਨਰੇਟ ਹੁੰਦੀ ਹੈ, ਇਸ ਕਰਕੇ ਇਹਨੂੰ ਜਨਰੇਸ਼ਨ ਆਫ ਇਨਕਮ ਵੀ ਕਿਹਾ ਜਾਂਦਾ ਹੈ। ਅੱਗੇ ਹੈਗਾ ਹੈ ਡਿਸਟਰੀਬਿਊਸ਼ਨ ਸਟੇਜ। ਡਿਸਟਰੀਬਿਊਸ਼ਨ ਸਟੇਜ ਕਿਹੜੀ ਹੁੰਦੀ ਹੈ? ਇਹ ਸਟੇਜ ਉਹ ਹੈਗੀ ਹੈ ਜਿਹਦੇ 'ਚ ਫੈਕਟਰ ਆਫ ਪੇਮੈਂਟ ਮੇਡ ਕੀਤੀ ਜਾਂਦੀ ਹੈ, ਯਾਨੀ ਕਿ ਹਾਊਸ ਹੋਲਡ ਸੈਕਟਰ ਨੂੰ ਨੇ ਜਿਹੜੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਉਹਦੇ ਬਦਲੇ ਉਹਨੂੰ ਜੋ ਪ੍ਰੋਫਿਟ, ਵੇਜਿਸ, ਰੈਂਟ ਜੋ ਵੀ ਕੁਛ ਦਿੱਤਾ ਜਾਂਦਾ ਹੈ। ਅੱਗੇ ਹੈ ਐਕਸਪੈਂਡੀਚਰ ਫੇਜ਼। ਐਕਸਪੈਂਡੀਚਰ ਫੇਜ਼ ਕੀ ਹੈਗਾ ਕਿ ਇਹਦੇ ਵਿੱਚ ਜਦੋਂ ਕੰਜ਼ਿਊਮਰ ਕੋਲ ਇਨਕਮ ਆ ਗਈ, ਫਿਰ ਕੰਜ਼ਿਊਮਰ ਕੀ ਕਰੇਗਾ? ਉਹਨੂੰ ਐਕਸਪੈਂਡ ਕਰੇਗਾ ਡਿਫਰੈਂਟ ਗੁੱਡਸ ਐਂਡ ਸਰਵਿਸਿਜ਼, ਠੀਕ ਹੈ। ਹੁਣ ਇਹ ਲੀਡ ਕਿੱਦਾਂ ਹੁੰਦਾ ਹੈ? ਜੋ ਸਭ ਤੋਂ ਪਹਿਲਾਂ ਸਰਕੂਲਰ ਫਲੋ ਵਾਸਤੇ ਕੀ ਕੀਤਾ ਜਾਂਦਾ? ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਪ੍ਰੋਡਕਸ਼ਨ ਕੀ ਕਰਦੀ ਹੈ? ਡਿਸਟਰੀਬਿਊਸ਼ਨ ਕਰਦੀ ਹੈ, ਯਾਨੀ ਕਿ ਕੰਜ਼ਿਊਮਰ ਨੂੰ ਇਨਕਮ ਪ੍ਰੋਵਾਈਡ ਕਰਦੀ ਹੈ, ਐਂਡ ਕੰਜ਼ਿਊਮਰ ਦੀ ਇਨਕਮ ਹੋਣ ਤੋਂ ਬਾਅਦ ਕੰਜ਼ਿਊਮਰ ਕੀ ਕਰਦਾ ਹੈ? ਐਕਸਪੈਂਡੀਚਰ ਕਰਦਾ ਹੈ, ਐਂਡ ਜਦੋਂ ਐਕਸਪੈਂਡੀਚਰ ਕਰਦਾ ਹੈ ਅਤੇ ਫਿਰ ਫਰਦਰ ਡਿਮਾਂਡ ਅਰਾਈਜ਼ ਹੁੰਦੀ ਹੈ, ਫਿਰ ਪ੍ਰੋਡਕਸ਼ਨ ਹੁੰਦੀ ਹੈ, ਯਾਨੀ ਕਿ ਇਸ ਤਰੀਕੇ ਦੇ ਨਾਲ ਇਹ ਸਰਕੂਲਰ ਫਲੋ ਚੱਲਦਾ ਰਹਿੰਦਾ, ਠੀਕ ਹੈ। ਦੇਖੋ ਪਹਿਲਾਂ ਪ੍ਰੋਡਕਸ਼ਨ, ਫਿਰ ਡਿਸਟਰੀਬਿਊਸ਼ਨ, ਫਿਰ ਐਕਸਪੈਂਡੀਚਰ, ਫਿਰ ਪ੍ਰੋਡਕਸ਼ਨ ਤੋਂ ਫਿਰ ਸਟਾਰਟ ਹੋ ਗਿਆ। ਇਸ ਤਰੀਕੇ ਦੇ ਨਾਲ ਸਰਕੂਲਰ ਫਲੋ ਹੁੰਦਾ ਰਹਿੰਦਾ। ਹੁਣ ਇੱਕ ਇਹਦੇ 'ਚ ਇੰਪੋਰਟੈਂਟ ਟੋਪਿਕ ਹੈਗਾ, ਛੋਟਾ ਜਿਹਾ ਟੋਪਿਕ, ਲੀਕੇਜ ਅਤੇ ਇੰਜੈਕਸ਼ਨ। ਲੀਕੇਜ ਮੀਨਸ ਕੀ ਹੁੰਦਾ ਹੈ ਕਿ ਜਦੋਂ ਉਹ ਐਕਟੀਵਿਟੀ ਜੋ ਸਾਡੇ ਸਰਕੂਲਰ ਫਲੋ ਨੂੰ ਵੀਕ ਕਰ ਦਿੰਦੀ ਹੈ ਉਹਨੂੰ ਆਪਾਂ ਕਹਿੰਦੇ ਹਾਂ ਲੀਕੇਜ। ਜਿੱਦਾਂ ਆਪਾਂ ਸੇਵਿੰਗ ਕੀਤੀ, ਇਹਦੇ ਨਾਲ ਮੂਵਮੈਂਟ ਆਫ ਮਨੀ ਨਹੀਂ ਹੋਏਗਾ, ਅਤੇ ਜਿਹਦੇ ਨਾਲ ਕੀ ਸਰਕੂਲਰ ਫਲੋ ਸਾਡਾ ਰੁਕ ਸਕਦਾ ਹੈ, ਠੀਕ ਹੈ। ਇਹਦੇ 'ਚ ਪ੍ਰੋਬਲਮ ਅਰਾਈਜ਼ ਹੋ ਸਕਦੀ ਹੈ, ਜਾਂ ਜਦੋਂ ਇੰਪੋਰਟ ਪੇਮੈਂਟ ਕਰ ਦਿੱਤੀ, ਟੈਕਸਿਸ ਪੇ ਕਰ ਦਿੱਤੇ, ਇਹਦੇ ਨਾਲ ਸਾਡੇ ਜਿਹੜਾ ਹੈਗਾ ਸਰਕੂਲਰ ਫਲੋ ਦੇ ਵਿੱਚ ਬ੍ਰੇਕ ਲੱਗਦਾ ਹੈ, ਸਾਨੂੰ ਮਨੀ ਦੀ ਕਮੀ ਮਹਿਸੂਸ ਹੁੰਦੀ ਹੈ, ਠੀਕ ਹੈ, ਇਹਨਾਂ ਸੇਵਿੰਗ ਵਗੈਰਾ ਕਰਕੇ। ਇਸ ਕਰਕੇ ਇਹਨੂੰ ਕਹਿੰਦੇ ਹੈ, ਇਹਨਾਂ ਸਾਰੀ ਐਕਟੀਵਿਟੀਜ਼ ਨੂੰ ਅਸੀਂ ਕਹਿੰਦੇ ਹਾਂ ਲੀਕੇਜ। ਐਂਡ ਇੰਜੈਕਸ਼ਨਸ ਕੀ ਹੈਗੀਆਂ? ਉਹ ਐਕਟੀਵਿਟੀਜ਼ ਜਿਹੜੀਆਂ ਕਿ ਸਰਕੂਲਰ ਫਲੋ ਨੂੰ ਇਨਕਰੀਜ਼ ਕਰਦੀਆਂ, ਉਹਨੂੰ ਕਹਿੰਦੇ ਇੰਜੈਕਸ਼ਨ। ਜਿੱਦਾਂ ਇਨਵੈਸਟਮੈਂਟ, ਪੈਸੇ ਇਨਵੈਸਟ ਕੀਤੇ, ਜਾਂ ਕਿਤੋਂ ਪੈਸੇ ਆਏ, ਜਾਂ ਐਕਸਪੋਰਟ ਕੀਤੇ, ਜਾਂ ਸਬਸਿਡੀਜ਼ ਮਿਲੀਆਂ, ਇਹਨੂੰ ਆਪਾਂ ਕਹਿੰਦੇ ਹਾਂ ਇੰਜੈਕਸ਼ਨ। ਜਿਹਦੇ ਨਾਲ ਸਾਡੀ ਕੀ ਕਹਿੰਦੇ ਹੈ ਸਰਕੂਲਰ ਫਲੋ ਨੂੰ ਜੋ ਹੈ ਲਗਾਤਾਰ ਕੰਟੀਨਿਊ ਚੱਲਦਾ ਰਹਿੰਦਾ, ਕਿਉਂਕਿ ਇਹਦੇ ਵਿੱਚ ਜਿਹੜਾ ਇੰਜੈਕਸ਼ਨ ਹੈ, ਇਨਵੈਸਟਮੈਂਟ ਹੈ ਜਾਂ ਰਿਸਿਪਟ ਹੈ, ਇਹਦੇ ਨਾਲ ਸਾਨੂੰ ਕੀ ਹੈ ਕਿ ਮਨੀ ਸਾਨੂੰ ਆਉਂਦਾ ਹੈ, ਔਰ ਜਦੋਂ ਮਨੀ ਸਾਨੂੰ ਆਉਂਦਾ ਤਾਂ ਰੈਗੂਲਰ ਮੂਵਮੈਂਟ ਜਿਹੜੀ ਹੈਗੀ ਹੈ ਇਨਕਮ ਦੀ ਇਕੋਨਮੀ ਵਿੱਚ ਹੁੰਦੀ ਰਹਿੰਦੀ ਹੈ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ ਸਟੂਡੈਂਟਸ।